इस वेले जो असीं देखते पए हां, असीं याकूब ने जो अपने बच्चों नूं बरकतां दित्तियां, उन्हां दे वल देखदे। बेशक उसदी संतान दे विच भी वो सारे नहीं हैगे जिहड़े प्रभु दे पिछे चलण वाले। वो 12 दे 12 दे विच 12 दे 12 ही वखरे तरह दे, हर एक अपनी तरह दा है। उस दे विच वो भी बैठे आ, इन्हां पुत्रां दे विच वो भी हैगे आ जिन्हां ने मां दी जिन्हां ने अपने बाप दी सेज नूं नहीं बख्शिया। इन्हां विच वो भी हैगे आ जिन्हां ने अपने भरा नूं बेच दित्ता। और इन्हां दे विच वो भी हैगे आ जिन्हां ने अपने बाप दे शब्द दी जो उसने किसी दे नाल वादा कीता सी उसदी परवाह नहीं कीती और जाके कतलो-गारत कर दित्ता। उस सारे इलाके दे नर जिहड़े सी उन्हां ने मार दित्ते। और जिसले प्रभु ने याकूब दे राहीं उन्हां नूं बरकत दित्ती आ, बेशक उन्हां ने एक कौम दे तौर ते अगे रहना, लेकिन ये बरकत जो उन्हां नूं मिलण जा रही है असीं अखीर तक देखनी। आखिर तक जदों तक प्रभु यीशु मसीह ने आ नहीं जाना, असीं ये बरकत उन्हां दी जिंदगी दे विच और उन्हां दे घर दे विच देखनी। सो आओ असीं 49वां पाठ असीं पढ़दे पए हां। सो आओ असीं इस नूं शुरू करिए। 49 भाव उसदी एक आयत तो लैके इस तो पहला असीं अगे जाइए। असीं ना दो जगहां ते असीं साल वगैरह लिखने मंगते हैं कि ये कदों सारियां चीज़ां हो रही। सो जिहड़ा 46वां भाव आ उसके उत्ते 1675 साल मसीह दे आउण तो पहला 1675 साल सी जदों याकूब अपने टब्बर सारे टब्बर नूं लैके 70 दे 70 जी जिस वेले कनान दी धरती तो चल के ते ओ मिस्र दे विच गए सी और उन्हां नूं गोशान दी जगह ते जाके उन्हां ने अपने डेरे लाए सी। और इसे तरह जिस वेले असीं उसने बरकत दित्ती आ, यूसुफ दे बच्चों नूं बरकत दित्ती आ 1671 मसीह दे आउण तो पहला। सो बेसिकली उसने 4 साल बाद यूसुफ दे बच्चे देखे 1671। और हुण असीं 49 भाव दे उत्ते आ गए हां और हुण वो अपने बच्चों नूं आखिरी बरकत दे रिहा। सो आओ 49 भाव उसकी एक आयत तो लैके और असीं 12 आयत तक इसनूं देखांगे। जिसनूं मिल जाए इसनूं पढ़। मैं पढ़ देनी बस। गो अहेड। याकूब ਦਾ ਆਪਣੇ ਪੁੱਤਰਾਂ ਸੰਬੰਧੀ ਅੰਤਮ ਆਗਮੀ ਵਾਕ। ਤਦ ਯਾਕੂਬ ਨੇ ਆਪਣੇ ਸਭ ਪੁੱਤਰਾਂ ਨੂੰ ਕਿਹਾ, ਆਓ ਸਭ ਮੇਰੇ ਕੋਲ ਇਕੱਠੇ ਹੋਵੋ, ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਨਾਲ ਅੱਗੇ ਕੀ ਹੋਵੇਗਾ। ਹੇ ਯਾਕੂਬ ਦੇ ਪੁੱਤਰੋ, ਆਪਣੇ ਪਿਤਾ ਇਸਰਾਇਲ ਦੀ ਸੁਣੋ। ਰੂਬੇਨ, ਤੂੰ ਮੇਰਾ ਜੇਠਾ ਹੈ, ਤੂੰ ਮੇਰੀ ਮਰਦਾਨਗੀ ਦਾ ਪਹਿਲਾ ਫਲ ਹੈ। ਤੂੰ ਮੇਰੇ ਸਭ ਪੁੱਤਰਾਂ ਵਿੱਚ ਅਭਿਮਾਨੀ ਤੇ ਬਲੀ ਹੈ। ਤੂੰ ਵਗਦੇ ਪਾਣੀਆਂ ਦੇ ਹੜ ਵਾਂਗ ਹੈ, ਪਰ ਤੂੰ ਪ੍ਰਸਿੱਧੀ ਪ੍ਰਾਪਤ ਨਹੀਂ ਕਰੇਗਾ, ਕਿਉਂਕਿ ਤੂੰ ਆਪਣੇ ਪਿਓ ਦੀ ਸੇਜ ਤੇ ਚੜ ਗਿਆ ਅਤੇ ਉਸ ਨੂੰ ਬੇਪੱਤ ਕੀਤਾ। ਸ਼ਿਮਯੋਨ ਤੇ ਲੇਵੀ ਸਕੇ ਭਰਾ ਹਨ, ਉਹਨਾਂ ਦੀਆਂ ਤਲਵਾਰਾਂ ਹਿੰਸਾ ਨੂੰ ਪਿਆਰੀਆਂ ਹਨ। ਮੇਰਾ ਮਨ ਉਹਨਾਂ ਦਾ ਸੰਗ ਨਹੀਂ ਕਰੇਗਾ, ਮੇਰਾ ਮਾਣ ਉਹਨਾਂ ਦੀ ਸਭਾ ਵਿੱਚ ਨਹੀਂ ਹੋਵੇਗਾ, ਕਿਉਂਕਿ ਉਹਨਾਂ ਕ੍ਰੋਧ ਵਿੱਚ ਆ ਕੇ ਮਨੁੱਖਾਂ ਦਾ ਕਤਲ ਕੀਤਾ ਅਤੇ ਬਲਦਾਂ ਦੀਆਂ ਨੱਥਾਂ ਵੱਢ ਸੁੱਟੀਆਂ। ਉਹਨਾਂ ਦੇ ਗੁੱਸੇ ਅਤੇ ਕ੍ਰੋਧ ਤੇ ਸਰਾਪ ਆ ਪਵੇ, ਕਿਉਂਕਿ ਉਹਨਾਂ ਦਾ ਗੁੱਸਾ ਤੇਜ਼ ਹੈ ਅਤੇ ਕ੍ਰੋਧ ਅਤਿਆਚਾਰੀ ਹੈ। ਮੈਂ ਉਹਨਾਂ ਨੂੰ ਇਸਰਾਇਲ ਵਿੱਚ ਖੰਡਾ ਦੇਵਾਂਗਾ। ਯਹੂਦਾ, ਤੇਰੇ ਭਰਾ ਤੇਰੀ ਸ਼ਲਾਘਾ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੇ ਉੱਤੇ ਹੋਵੇਗਾ। ਤੇਰੇ ਭਰਾ ਤੇਰੇ ਅੱਗੇ ਆਪਣੇ ਸਿਰ ਨੀਵਾਂ ਕਰਨਗੇ। ਤੂੰ ਸ਼ੇਰ ਦਾ ਬੱਚਾ ਹੈ, ਤੂੰ ਆਪਣਾ ਸ਼ਿਕਾਰ ਕਰਕੇ ਉਤਾਂਹ ਚੜ ਗਿਆ। ਤੂੰ ਸ਼ੇਰ ਦੇ ਵਾਂਗ ਬਲਕਿ ਸ਼ੇਰਨੀ ਦੇ ਵਾਂਗ ਨੀਵਾਂ ਹੋ ਕੇ ਬੈਠ ਗਿਆ। ਕੌਣ ਤੈਨੂੰ ਛੇੜੇਗਾ? ਯਹੂਦਾ ਹਮੇਸ਼ਾ ਰਾਜ ਕਰੇਗਾ, ਉਸ ਦਾ ਰਾਜ ਦੰਡ ਹਮੇਸ਼ਾ ਉਸ ਕੋਲ ਰਹੇਗਾ, ਜਦੋਂ ਤੱਕ ਕਿ ਸ਼ਾਂਤੀ ਦਾਤਾ ਉਸ ਦਾ ਵਾਰਿਸ ਨਾ ਆ ਜਾਵੇ। ਲੋਕ ਉਸ ਦੇ ਸਾਹਮਣੇ ਆਪਣੇ ਸਿਰ ਨੀਵਾਂ ਕਰਨਗੇ। ਉਹ ਆਪਣਾ ਗਧਾ ਅੰਗੂਰ ਦੀ ਵੇਲ ਨਾਲ ਬੰਨੇਗਾ ਅਤੇ ਆਪਣੀ ਗਧੀ ਦਾ ਬੱਚਾ ਚੁਣੀ ਹੋਈ ਵੇਲ ਨਾਲ। ਉਹ ਆਪਣੇ ਕੱਪੜੇ ਮੈਅ ਵਿੱਚ ਅਤੇ ਆਪਣਾ ਚੋਗਾ ਅੰਗੂਰਾਂ ਦੇ ਰਸ ਵਿੱਚ ਧੋਵੇਗਾ। ਉਸ ਦੀਆਂ ਅੱਖਾਂ ਮੈਅ ਨਾਲ ਲਾਲ, ਦੁੱਧ ਨਾਲ ਉਸ ਦੇ ਦੰਦ ਚਿੱਟੇ ਹੋਣਗੇ। ਆਮੀਨ।
ਸੋ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਜਿੱਦਾਂ ਅਸੀਂ ਅਬਰਾਹਮ ਦੀ ਬਰਕਤ ਨੂੰ ਪਿੱਛੋਂ ਦੇਖਦੇ ਆ ਰਹੇ ਹਾਂ ਕਿ ਅਬਰਾਹਮ ਨੂੰ ਜੋ ਪ੍ਰਭੂ ਨੇ ਬਰਕਤ ਦਿੱਤੀ ਸੀ ਉਸ ਨੂੰ ਅਸੀਂ ਪੂਰਾ ਹੁੰਦਾ ਦੇਖਦੇ ਆ ਰਹੇ ਹਾਂ। ਔਰ ਜਿਸ ਵੇਲੇ ਅਸੀਂ ਹੁਣ ਇਸਰਾਇਲ ਦੇ ਵਿੱਚ ਜਾਣਾ, ਜਿਸ ਲਈ ਇਹਨਾਂ ਨੇ 400 ਸਾਲ ਤੋਂ ਬਾਅਦ ਹੁਣ ਇੱਥੋਂ ਜਾਣਾ ਆ, ਤੇ ਅਸੀਂ ਇਹ ਵੀ ਸਾਰੀਆਂ ਬਰਕਤਾਂ ਇਸ ਬਰਕਤ ਦੇ ਹਿਸਾਬ ਦੇ ਨਾਲ ਇਹਨਾਂ ਟੱਬਰਾਂ ਦੇ ਵਿੱਚ ਪੂਰੀਆਂ ਹੁੰਦੀਆਂ ਦੇਖ। ਸੋ ਪ੍ਰਭੂ ਜਿਸ ਵੇਲੇ ਪ੍ਰਭੂ ਦੀ ਆਤਮਾ ਦੇ ਨਾਲ ਭਰਪੂਰ ਹੋ ਕੇ ਇਸ ਵੇਲੇ ਉਹ ਬਰਕਤ ਦੇ ਰਿਹਾ, ਔਰ ਬਰਕਤ ਜਿਹੜੀ ਉਹ ਦੇ ਰਿਹਾ, ਉਸਨੇ ਆਪਣੇ ਜਿਹੜੇ ਵੱਡੇ ਪੁੱਤਰ ਨੂੰ ਜਿਹੜੀ ਬਰਕਤ ਦਿੱਤੀ ਆ, ਉਹ ਉਸ ਦੇ ਵਿੱਚ ਉਸਨੇ ਇਹ ਦੱਸਿਆ ਕਿ ਨਹੀਂ, ਜੋ ਤੂੰ ਕੰਮ ਕੀਤਾ ਤੂੰ ਗਲਤ ਕੀਤਾ। ਔਰ ਉਸ ਤੋਂ ਬਾਅਦ ਜਿਸਲੇ ਲੇਵੀ ਨੂੰ ਤੇ ਸ਼ਿਮਯੋਨ ਨੂੰ ਉਸਨੇ ਬਰਕਤ ਦਿੱਤੀ, ਸਿਮਯਨ ਨੂੰ ਬਰਕਤ ਦਿੱਤੀ, ਤਾਂ ਉਸਨੇ ਜੋ ਉਹਨਾਂ ਨੇ ਵੀ ਆਪਣੇ ਬਾਪ ਦੀ ਗੱਲ ਨੂੰ ਮੰਨਿਆ ਨਹੀਂ। ਉਹਨਾਂ ਨੇ ਵੀ ਜੋ ਬਾਪ ਨੇ ਵਾਅਦਾ ਕੀਤਾ ਸੀ, ਕਿਸੇ ਦੇ ਨਾਲ ਸੰਧੀ ਕੀਤੀ ਸੀ ਸ਼ਾਂਤੀ ਦੀ, ਉਹਨਾਂ ਨੇ ਬਾਪ ਨੂੰ ਮੂਰਖ ਬਣਾਇਆ ਸੀ। ਉਹਨਾਂ ਨੇ ਆਪ ਬਾਪ ਨੂੰ ਕਿਹਾ ਸੀ ਕਿ ਠੀਕ ਆ, ਅਸੀਂ ਮੰਨ ਲੈਂਦੇ ਕਿ ਸਾਡੀ ਜਿਹੜੀ ਭੈਣ ਆ ਇਸ ਦੇ ਘਰ ਵਿਆਹੀ ਜਾ ਸਕਦੀ ਹੈ, ਪਰ ਇਹਨਾਂ ਨੂੰ ਸੁਨਤ ਕਰਾਉਣੀ ਪੈਣੀ। ਇੱਕ ਸੁਨਤ ਕੋਈ ਖਾਸ ਕੋਈ ਨਿੱਕੀ ਵੱਡੀ ਚੀਜ਼ ਨਹੀਂ ਹੈਗੀ, ਪ੍ਰਭੂ ਦਾ ਨਿਸ਼ਾਨ ਆ ਉਹ। ਔਰ ਜਿਸ ਵੇਲੇ ਉਹਨਾਂ ਲੋਕਾਂ ਨੇ ਸੁਨਤ ਕਰਵਾਈ ਆ ਤੇ ਉਹ ਪ੍ਰਭੂ ਦੇ ਲੋਕ ਹੋ ਗਏ। ਜਿਸ ਲਈ ਅਬਰਾਹਮ ਨੇ ਆਪਣੇ ਬੱਚੇ ਦੀ ਸੁਨਤ ਕਰਾਈ, ਆਪਣੀ ਸੁਨਤ ਕਰਾਈ, ਔਰ ਉਸ ਤੋਂ ਬਾਅਦ ਉਸਨੇ ਆਪਣੇ ਸਾਰੇ ਨੌਕਰਾਂ ਦੀ ਔਰ ਜਿੰਨੇ ਵੀ ਉਸਦੇ ਲੋਕ ਉਸਦੇ ਕੋਲ ਸੀ ਉਹਨਾਂ ਦੀ ਸੁਨਤ ਹੋਈ। ਉਸ ਦੇ ਨਾਲ ਉਹ ਸਾਰੇ ਦੇ ਸਾਰੇ ਪ੍ਰਭੂ ਦੇ ਲੋਕ ਬਣ ਗਏ। ਉਹਨਾਂ ਨੇ ਆਪਣੇ ਬਾਪ ਦੀ ਜਿਹੜੀ ਉਸਨੇ ਵਾਅਦਾ ਕੀਤਾ ਸੀ ਸ਼ਾਂਤੀ ਦਾ, ਜੋ ਉਸਨੇ ਇੱਕ ਨੇਮ ਬੰਨਿਆ ਸੀ ਉਹਦੇ ਨਾਲ, ਉਸਨੂੰ ਵੀ ਤੋੜ ਦਿੱਤਾ। ਸੋ ਇਹ ਜੋ ਉਹਨਾਂ ਨੇ ਕੀਤਾ ਇਹ ਕਤਲ ਗਿਣਿਆ ਜਾਂਦਾ, ਇਹ ਕਤਲ ਗਿਣਿਆ ਜਾਂਦਾ। ਔਰ ਆਪਣੀ ਭੈਣ ਦੀ ਇਹਨਾਂ ਦਾ ਇੱਕ ਬੇਸਿਕਲੀ ਉਹਨਾਂ ਨੇ ਘਰ ਉਜਾੜ ਦਿੱਤਾ। ਔਰ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਬਰਕਤ ਆ ਉਹਦੇ ਹਿਸਾਬ ਦੇ ਨਾਲ ਨਾ। ਹੁਣ ਯਹੂਦਾ ਜਿਹੜਾ ਆ ਉਹ ਬਿਲਕੁਲ ਵੱਖਰੇ ਕਿਸਮ ਦਾ ਇਨਸਾਨ। ਯਹੂਦਾ ਨੇ ਆਪਣੇ ਬਾਪ ਦੇ ਨਾਲ ਧੋਖਾ ਨਹੀਂ ਕੀਤਾ, ਉਸਨੇ ਯੂਸਫ ਦੀ ਜਾਨ ਬਚਾਈ। ਜਿਸ ਲਈ ਯੂਸਫ ਦੇ ਕੋਲ ਗਿਆ ਤੇ ਅਸੀਂ ਉੱਥੇ ਦੇਖਦੇ ਪਏ ਹਾਂ ਕਿ ਉਸਨੇ ਯੂਸਫ ਨੂੰ ਇਹ ਕਿਹਾ ਕਿ ਤੂੰ ਮੇਰੇ ਭਰਾ ਬਿਨਯਾਮੀਨ ਨੂੰ ਵਾਪਸ ਜਾ ਲੈਣ ਦੇ, ਕਿਉਂਕਿ ਉਹ ਆਪਣੀ ਮਾਂ ਰੇਚਲ ਦੀ ਇੱਕੋ ਹੀ ਨਿਸ਼ਾਨੀ ਰਹਿ ਗਈ। ਉਸ ਤੋਂ ਬਗੈਰ ਮੇਰਾ ਬਾਪ ਜੀ ਨਹੀਂ ਸਕਦਾ, ਤੇ ਤੂੰ ਮੈਨੂੰ ਆਪਣਾ ਗੁਲਾਮ ਬਣਾ, ਮੈਂ ਤੇਰੀ ਗੁਲਾਮੀ ਕਰਨ ਨੂੰ ਤਿਆਰ। ਇਸ ਦੇ ਨਾਲ ਜਿਹੜੀ ਪ੍ਰਭੂ ਨੇ ਸਾਰੀ ਦੀ ਸਾਰੀ ਜਿਹੜੀ ਬਰਕਤ ਆ, ਸਾਰੀ ਦੀ ਸਾਰੀ ਜਿਹੜੀ ਬਰਕਤ ਆ, ਮੇਨ ਜਿਹੜੀ ਬਰਕਤਾਂ ਤਾਂ ਸਭ ਨੂੰ ਮਿਲੀ, ਪਰ ਜਿਹੜੀ ਮੇਨ ਬਰਕਤ ਆ ਉਸ ਨੂੰ ਮਿਲਦੀ ਪਈ ਆ। ਔਰ ਉਸ ਦੇ ਵਿੱਚ ਸ਼ੁਰੂ ਕਿਸ ਤਰ੍ਹਾਂ ਹੁੰਦੀ ਹੈ, ਅਗਰ ਅਸੀਂ ਪਿੱਛੇ ਜਾ ਕੇ ਦੇਖੀਏ, ਜਿਸ ਵੇਲੇ ਅਬਰਾਹਮ ਨੇ ਇਜ਼ਹਾਕ ਨੂੰ ਬਰਕਤ ਦਿੱਤੀ ਹੈ, ਇਜ਼ਹਾਕ ਨੇ ਗਾਂ ਜਾ ਕੇ ਯਾਕੂਬ ਨੂੰ ਬਰਕਤ ਦਿੱਤੀ ਹੈ, ਉਹ ਸਾਰੀਆਂ ਬਰਕਤਾਂ ਦੀ ਇਹ ਬੇਸਿਕਲੀ ਇਹ 'ਚ ਸੁਗੰਧ ਆਉਂਦੀ ਪਈ ਹੈ। ਔਰ ਮੇਨ ਚੀਜ਼ ਜਿਹੜੀ ਇਸ ਦੇ ਵਿੱਚ ਆ ਉਹ ਇਹ ਆ ਕਿ ਯਹੂਦਾ ਤੇ ਤੇਰੇ ਭਰਾ ਤੇਰੀ ਸ਼ਲਾਘਾ ਕਰਨਗੇ। ਸੋ ਨੰਬਰ 1। ਨੰਬਰ 2 ਤੇ ਤੇਰਾ ਹੱਥ ਤੇਰੇ ਵੈਰੀਆਂ ਦੇ ਉੱਤੇ ਹੋਵੇਗਾ। ਅਗਲੀ ਚੀਜ਼, ਤੇਰੇ ਭਰਾ ਤੇਰੇ ਅੱਗੇ ਆਪਣਾ ਸਿਰ ਨੀਵਾਂ ਕਰਨਗੇ। ਸੋ ਇਹ, ਔਰ ਇਸ ਦੇ ਵਿੱਚ ਯੂਸਫ ਵੀ ਆ ਜਾਂਦਾ, ਤੇਰੇ ਭਰਾ ਤੇਰੇ ਅੱਗੇ ਸਿਰ ਨੀਵਾਂ ਕਰਨਗੇ। ਸੋ ਅਸੀਂ ਇੱਕ ਕਿੱਥੇ ਪੂਰਾ ਹੁੰਦਾ ਦੇਖਣਾ, ਜਿਸ ਵੇਲੇ ਅਸੀਂ ਡੇਵਿਡ ਦੀ ਜ਼ਿੰਦਗੀ ਦੇ ਵਿੱਚ ਪਹੁੰਚਣਾ, ਜਦੋਂ ਉਸਨੇ ਰਾਜਾ ਬਣਨਾ, ਔਰ ਜਿਸ ਵੇਲੇ ਸੁਲੇਮਾਨ ਨੇ ਫਿਰ ਅੱਗੇ ਰਾਜਾ ਬਣਨਾ। ਅਸੀਂ ਉਸ 2 ਸਮਿਆਂ ਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਸਾਰੇ ਜਿਹੜੇ ਯਹੂਦਾ ਦੇ ਖਾਨਦਾਨ ਔਰ ਯਹੂਦਾ ਦੇ ਖਾਨਦਾਨ ਨੂੰ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਬਰਕਤ ਮਿਲਦੀ ਪਈ ਹੈ, ਜੋ ਉਹ ਇਹ ਕਹਿ ਰਿਹਾ ਇੱਥੇ। ਲੇਕਿਨ ਅੱਗੇ ਤੇਰਾ ਹੱਥ ਤੇਰੇ ਵੈਰੀਆਂ ਦੇ ਉੱਤੇ ਹੋਵੇਗਾ, ਤੇਰੇ ਭਰਾ ਤੇਰੇ ਅੱਗੇ ਆਪਣਾ ਸਿਰ ਨੀਵਾਂ ਕਰਨਗੇ। ਤੂੰ ਸ਼ੇਰ ਦਾ ਬੱਚਾ ਹੈ,
ਤੂੰ ਆਪਣਾ ਸ਼ਿਕਾਰ ਕਰਕੇ ਉਤਾਂ ਚੜ ਗਿਆ, ਤੂੰ ਸ਼ੇਰ ਦੇ ਵਾਂਗ ਬਲਕਿ ਸ਼ੇਰਨੀ ਦੇ ਵਾਂਗ ਸਿਰ ਨੀਵਾ ਕਰਕੇ ਨੀਵਾ ਹੋ ਕੇ ਬੈਠ ਗਿਆ, ਤੈਨੂੰ ਕੌਣ ਛੇੜੇ, ਤੈਨੂੰ ਕੌਣ ਛੇੜੇ। ਔਰ ਇਹ ਅਸੀਂ ਕਿਸ ਵੇਲੇ ਦੇਖਣਾ, ਜਿਸਲੇ ਦਾਊਦ ਨੇ ਜਾ ਕੇ ਗੁਲਾਇਤ ਦੇ ਮੂਹਰੇ ਖੜਾ ਹੋਣਾ, ਅਸੀਂ ਇਹ ਹੌਸਲੇ ਉਦੋਂ ਦੇਖਣੇ। ਔਰ ਇਹ ਮੈਂ ਤਾਂ ਦੱਸਦਾ ਪਿਆ ਕਿ ਇਹ ਸਾਰੇ ਦੀਆਂ ਸਾਰੀਆਂ ਬਰਕਤਾਂ, ਕਿਸੇ ਇਕੱਲੇ ਇਕੱਲੇ ਦੀ ਬਰਕਤ ਇੱਥੇ ਖੋਲ ਕੇ ਨਹੀਂ ਦੇਖ ਸਕਦੇ, ਪਰ ਯਹੂਦਾ ਦੀ ਬਰਕਤ ਅਸੀਂ ਖੋਲ ਕੇ ਦੇਖ ਸਕਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਈਆਂ। ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਅਧੂਰੀ ਨਹੀਂ। ਇਹਨਾਂ ਵਿੱਚ ਉਹ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਅੱਜ ਵੀ ਪੂਰੀਆਂ ਹੁੰਦੀਆਂ, ਅੱਜ ਦੇ ਦਿਨ ਦੇ ਵਿੱਚ ਉਹ ਚੀਜ਼ਾਂ ਪੂਰੀਆਂ ਹੁੰਦੀਆਂ। ਸੋ ਅੱਗੇ ਅਸੀਂ ਦੇਖਦੇ ਯਹੂਦਾ ਹਮੇਸ਼ਾ ਰਾਜ ਕਰੇਗਾ, ਉਸਦਾ ਰਾਜਦੰਡ ਹਮੇਸ਼ਾ ਉਸਦੇ ਕੋਲ ਰਹੇਗਾ, ਜਦੋਂ ਤੱਕ ਕਿ ਸ਼ਾਂਤੀ ਦਾਤਾ ਨਾ ਆ ਜਾਏ। ਔਰ ਪ੍ਰਭੂ ਯਿਸੂ ਮਸੀਹ ਦਾ ਜਿਹੜੀ ਉਹ ਮਾਫੀ ਦੀ ਬਰਕਤ ਆ, ਉਹ ਜੋ ਸਾਰੇ ਸੰਸਾਰ ਦੀ ਮੁਕਤੀ ਦੀ ਬਰਕਤ ਆ, ਜਿਸ ਦੇ ਨਾਲ ਅਬਰਾਹਮ ਨੂੰ ਕਿਹਾ ਸੀਗਾ ਕਿ ਸਾਰਾ ਸੰਸਾਰ ਤੇਰੇ ਤੋਂ ਬਰਕਤ ਪਾਏਗਾ, ਉਹ ਜਿਹੜੀ ਬਰਕਤ ਆ, ਯਿਸੂ ਮਸੀਹ ਦੀ ਬਰਕਤ ਆ, ਉਹ ਉਸ ਨੂੰ ਮਿਲ ਗਈ। ਔਰ ਫਿਰ ਦੇਖੋ ਉਸਨੇ ਕੀ ਕਿਹਾ, ਲੋਕ ਉਸਦੇ ਸਾਹਮਣੇ ਆਪਣਾ ਸਿਰ ਨੀਵਾ ਕਰਨਗੇ ਜਦੋਂ ਤੱਕ ਕਿ ਸ਼ਾਂਤੀ ਦਾਤਾ ਉਸਦਾ ਵਾਰਸ ਨਾ ਆ ਜਾਏ। ਸੋ ਕਹਿਣ ਦਾ ਕੀ ਮਤਲਬ ਕਿ ਰਾਜਦੰਡ ਜਿਹੜਾ ਉਹ ਹਮੇਸ਼ਾ ਯਹੂਦਾ ਦੇ ਖਾਨਦਾਨ ਦੇ ਵਿੱਚ ਰਹੇਗਾ। ਕਿੱਡੀ ਭਾਰੀ ਬਰਕਤ ਇੱਥੇ ਉਸ ਨੂੰ ਮਿਲਦੀ। ਉਹ ਆਪਣਾ ਗਧਾ ਅੰਗੂਰ ਦੀ ਵੇਲ ਦੇ ਨਾਲ ਬੰਨੇਗਾ ਅਤੇ ਆਪਣੀ ਗਧੇ ਦਾ ਬੱਚਾ ਚੁਣੀ ਹੋਈ ਵੇਲ ਦੇ ਨਾਲ, ਅਤੇ ਆਪਣੇ ਕੱਪੜੇ ਮੈਅ ਦੇ ਵਿੱਚ ਅਤੇ ਆਪਣਾ ਚੋਗਾ ਅੰਗੂਰ ਦੇ ਰਸ ਦੇ ਵਿੱਚ ਧੋਵੇਗਾ। ਉਸ ਦੀਆਂ ਅੱਖਾਂ ਮੈਅ ਦੇ ਨਾਲ ਲਾਲ ਤੇ ਦੁੱਧ ਦੇ ਨਾਲ ਉਸਦੇ ਦੰਦ ਚਿੱਟੇ ਹੋਣਗੇ। ਕਹਿਣ ਦਾ ਕੀ ਮਤਲਬ ਕਿ ਉਹ ਜਿਹੜੀਆਂ ਸਾਰੀਆਂ ਬਰਕਤਾਂ ਆ ਕਿ ਜਿਹੜੀਆਂ ਪ੍ਰਭੂ ਨੇ ਉਸ ਨੂੰ ਦੇਣੀਆਂ ਆ, ਉਸ ਨੂੰ ਧਨ ਦੌਲਤ ਸਭ ਕੁਝ ਜਿਹੜਾ ਮਿਲਣਾ ਆ, ਉਹ ਉਸ ਦੀਆਂ ਗੱਲਾਂ ਪ੍ਰਭੂ ਕਰਦਾ ਪਿਆ ਕਿ ਤੇਰੇ ਜਾਨਵਰ, ਇੱਥੇ ਤੱਕ ਕਿ ਤੇਰੇ ਜਾਨਵਰ ਤੇਰੇ ਅਧੀਨ ਹੋਣਗੇ। ਅੰਗੂਰ ਦੀ ਵੇਲ ਦੇ ਨਾਲ ਵੱਜਿਆ ਜਾਨਵਰ ਰਹਿ ਨਹੀਂ ਸਕਦਾ। ਅੰਗੂਰ ਦੀ ਵੇਲ ਦੀ ਜਿਹੜੀ ਟਾਹਣੀ ਹੁੰਦੀ ਬਹੁਤ ਕਮਜ਼ੋਰ ਹੁੰਦੀ, ਅੰਗੂਰ ਦੀ ਵੇਲ ਦੀ ਟਾਹਣੀ ਦੇ ਵਿੱਚ ਜਾਨ ਨਹੀਂ ਹੁੰਦੀ। ਸੋ ਕਹਿਣ ਦਾ ਕੀ ਮਤਲਬ ਕਿ ਤੇਰੀਆਂ ਬਰਕਤਾਂ ਕਮਜ਼ੋਰ ਚੀਜ਼ਾਂ ਦੇ ਵਿੱਚੋਂ ਵੀ ਜਿਹੜੀਆਂ ਹੈਗੀਆਂ ਉਹ ਤਾਕਤਵਰ ਬਣ ਕੇ ਤੈਨੂੰ ਬਰਕਤਾਂ ਦੇ। ਸੋ ਇਹ ਸਾਰੀ ਅਸੀਂ ਜਿਹੜੀ ਬਰਕਤ ਦੇਖਦੇ ਪਏ ਹਾਂ, ਇਹ ਯਹੂਦਾ ਦੀ। ਔਰ ਜਿਹੜਾ ਸਭ ਤੋਂ ਲੰਬਾ ਜਿਹੜੀਆਂ ਬਰਕਤਾਂ ਉਸਨੇ ਦਿੱਤੀਆਂ, ਦੋ ਜਾਣਿਆਂ ਨੂੰ ਦਿੱਤੀਆਂ, ਯੂਸਫ ਦੀਆਂ ਬਣਦੀਆਂ ਸੀਗੀਆਂ ਔਰ ਯਹੂਦਾ, ਇਹ ਪ੍ਰਭੂ ਨੇ ਦਵਾਈ। ਬੇਸ਼ੱਕ ਬਾਪ ਦਾ ਧਿਆਨ ਯਹੂਦਾ ਤੇ ਯੂਸਫ ਦੇ ਉੱਤੇ ਲੱਗਾ ਹੈ, ਕਿਉਂਕਿ ਯੂਸਫ ਨੂੰ ਉਹ ਜਨਮ ਤੋਂ ਬਹੁਤ ਜ਼ਿਆਦਾ ਪਿਆਰ ਕਰਦਾ ਪਿਆ, ਔਰ ਜਿਸ ਦੇ ਨਾਲ ਉਸਨੇ ਬਾਕੀ ਦੇ ਜਿਹੜੇ ਬੇਟੇ ਆ ਉਹਨਾਂ ਦੇ ਦਿਲ ਦੇ ਵਿੱਚ ਵੀ ਯੂਸਫ ਦੇ ਲਈ ਨਫ਼ਰਤ ਪੈਦਾ ਕਰ ਦਿੱਤੀ। ਇੱਕ ਚੋਗਾ ਬਣਾ ਕੇ ਉਸਨੂੰ ਉਹ ਦੇ ਰਿਹਾ ਜਿਹੜਾ 7 ਰੰਗਾਂ ਦਾ, ਜਿਹੜਾ ਰੰਗ ਬਰੰਗਾ ਆ, ਔਰ ਜਿਸ ਦੇ ਨਾਲ ਜਿਹੜੇ ਬਾਕੀ ਦੇ ਵੱਡੇ ਬੱਚੇ ਆ ਉਹਨਾਂ ਦੇ ਦਿਲ ਦੇ ਵਿੱਚ ਨਫ਼ਰਤ ਪਾਤੀ ਇਸਨੇ, ਆਪਣੇ ਭਰਾਵਾਂ ਦੇ ਵਿੱਚ ਨਫ਼ਰਤ ਇਸਨੇ ਪਾਤੀ। ਬੇਸ਼ੱਕ ਉਹ ਉਸਨੂੰ ਬਹੁਤ ਪਿਆਰ ਕਰਦਾ, ਲੇਕਿਨ ਪ੍ਰਭੂ ਨੇ ਯੂਸਫ ਨੂੰ ਉਹ ਬਰਕਤ ਨਹੀਂ ਦਿੱਤੀ। ਬੇਸ਼ੱਕ ਬਾਪ ਦੇਣੀ ਚਾਹੁੰਦਾ, ਪਰ ਉਸਨੂੰ ਨਹੀਂ ਮਿਲੀ। ਪਰ ਉਸਨੇ ਪਵਿੱਤਰ ਆਤਮਾ ਦੇ ਰਾਹੀਂ ਜਿਹੜੀ ਬਰਕਤ ਆ ਉਹ ਯਹੂਦਾ ਨੂੰ ਮਿਲ ਗਈ। ਔਰ ਇਸ ਕਰਕੇ ਅੱਜ ਵੀ ਇਜ਼ਰਾਈਲ ਦੇ ਲੋਕਾਂ ਨੂੰ ਇਜ਼ਰਾਈਲੀ ਨਹੀਂ ਕਿਹਾ ਜਾਂਦਾ, ਯਹੂਦੀ ਕਿਹਾ ਜਾਂਦਾ, ਜਿਊਸ ਕਿਹਾ ਜਾਂਦਾ। ਯਹੂਦਾ ਦੇ ਨਾਂ ਦੇ ਉੱਤੇ ਉਹ ਸਾਰੇ ਜਾਣੇ ਜਾਂਦੇ ਆ। ਸੋ ਆਓ ਹੁਣ ਅਸੀਂ ਅੱਗੇ ਬਾਕੀ ਦੇ ਬੱਚਿਆਂ ਦੀਆਂ ਬਰਕਤਾਂ ਨੂੰ ਵੀ ਦੇਖੀਏ। ਅਸੀਂ 13 ਆਇਤ ਤੋਂ ਲੈ ਕੇ 21 ਆਇਤ ਤੱਕ ਪਹਿਲਾਂ ਦੇਖਾਂਗੇ, ਫਿਰ ਉਸ ਤੋਂ ਬਾਅਦ ਯੂਸਫ ਦੀ ਜਿਹੜੀ ਬਰਕਤ ਆ ਉਸ ਨੂੰ ਦੇਖਾਂਗੇ। 13 ਤੋਂ ਲੈ ਕੇ ਮੈਂ ਪੜ੍ਹਦੇ ਬਸ। ਹਾਂਜੀ। ਜ਼ਬੂਲੂਨ ਸਾਗਰ ਤੱਟ ਤੇ ਵਾਸ ਕਰੇਗਾ ਤੇ ਬੇੜਿਆਂ ਦਾ ਘਾਟ ਬਣੇਗਾ, ਜਿਸ ਦਾ ਦੂਜਾ ਕੰਢਾ ਸਿਦੋਨ ਤੱਕ ਹੋਵੇਗਾ। ਜਿਸ਼ਕਾਰ ਇੱਕ ਤਕੜੇ ਖੋਤੇ ਦੇ ਵਾਂਗ ਹੈ, ਜੋ ਵਾੜਾਂ ਦੇ ਵਿਚਕਾਰ ਲੁਕ ਕੇ ਬੈਠਦਾ ਹੈ। ਉਸ ਨੇ ਇੱਕ ਆਰਾਮ ਦੀ ਥਾਂ ਦੇਖੀ ਜੋ ਸੁੰਦਰ ਅਤੇ ਸੁਹਾਵਣੀ ਸੀ, ਜਿਸ ਲਈ ਉਸਨੇ ਮੋਢਾ ਢਾ ਦਿੱਤਾ ਅਤੇ ਇੱਕ ਬੇਗਾਰੀ ਕਾਮਾ ਬਣ ਗਿਆ। ਦਾਨ ਇਜ਼ਰਾਈਲ ਦੇ ਕਬੀਲਿਆਂ ਵਿੱਚ ਨਿਆਂਕਰਤਾ ਦੇ ਰੂਪ ਵਿੱਚ ਰਹੇਗਾ। ਉਹ ਸੱਪ ਦੇ ਵਾਂਗ ਹੋਵੇਗਾ, ਬਲਕਿ ਰਾਹ ਦੇ ਗੋਹਲਾ ਸੱਪ ਦੇ ਵਾਂਗ, ਜੋ ਘੋੜੇ ਦੀ ਅੱਡੀ ਤੇ ਡੰਗ ਮਾਰਦਾ ਹੈ ਤੇ ਜਿਸ ਦਾ ਅਸਵਾਰ ਪਿੱਛੇ ਦੀ ਵੱਲ ਡਿੱਗਦਾ ਹੈ।
हे प्रभु मैं तेरी मुक्ति ਦੀ ਉਡੀਕ ਕੀਤੀ ਹੈ। ਗਾਦ ਤੇ ਲੁਟੇਰੇ ਹੱਲਾ ਬੋਲਣਗੇ ਪਰ ਉਹ ਉਹਨਾਂ ਦੇ ਪਿੱਛੇ ਧਕੇਲੂ ਦੇਵੇਗਾ। ਅਸੇਰ ਦੀ ਧਰਤੀ ਮਿੱਠੀ ਰੋਟੀ ਪੈਦਾ ਕਰੇਗੀ ਅਤੇ ਉਹ ਸ਼ਾਹੀ ਭੋਜਨ ਪੈਦਾ ਕਰੇਗਾ। ਨਫਤਾਲੀ ਇੱਕ ਆਜ਼ਾਦ ਹਰਨੀ ਹੈ ਜੋ ਸੁੰਦਰ ਬੱਚਿਆਂ ਨੂੰ ਜਨਮ ਦਿੰਦੀ ਹੈ। ਯੂਸਫ ਇੱਕ ਫਲਦਾਇਕ ਲਗਰ है। अच्छा सिस्टर जी ਅਸੀਂ ਇੱਥੇ ਤੱਕ ਰੁਕਦੇ ਹਾਂ। ਇੱਕ ਹੀ ਟਾਈਮ ਹਾਂ ਫਿਰ ਗਾਂ ਦੇਖਦੇ ਹਾਂ। ਸੋ ਅਸੀਂ ਜਿਸ ਵੇਲੇ ਇਹਨਾਂ ਬਰਕਤਾਂ ਨੂੰ ਦੇਖਦੇ ਪਏ ਆ ਤੇ ਇਹ ਜਿਸ ਬਰਕਤਾਂ ਇਹਨਾਂ ਦੀ ਜ਼ਮੀਨ ਵੰਡੀ ਜਾਣੀ ਆ, ਜਿਸ ਲਈ ਇਹਨਾਂ ਨੇ ਪਹੁੰਚ ਜਾਣਾ ਹੈਗਾ ਵਾਅਦੇ ਦੀ ਧਰਤੀ ਦੇ ਵਿੱਚ, ਔਰ ਜਿਸ ਵੇਲੇ ਉਹ ਸਾਰੀਆਂ ਇਹ ਬਰਕਤਾਂ ਜਿਹੜੀਆਂ ਹੈਗੀਆਂ ਇਹ ਜਾ ਕੇ ਖੁੱਲਣੀਆਂ ਹੈਗੀਆਂ ਜਿਸ ਲਈ ਅਸੀਂ ਜਾਸ਼ੂਆ ਤੱਕ ਪਹੁੰਚਣਾ, ਯਹੋਸ਼ੂਆ ਦੀ ਪੁਸਤਕ ਦੇ ਵਿੱਚ ਪਹੁੰਚਣਾ। ਉੱਥੇ ਜਾ ਕੇ ਕੱਲੀ ਕੱਲੀ ਬਰਕਤ ਸਾਨੂੰ ਖੁੱਲ ਕੇ ਸਾਡੇ ਸਾਹਮਣੇ ਆਉਣੀ ਆ। ਔਰ ਜਿਸ ਵੇਲੇ ਇਜ਼ਰਾਈਲ ਦੇ 2 ਟੋਟੇ ਹੋ ਜਾਣੇ, ਦੇਸ਼ ਦੇ 2 ਟੋਟੇ ਹੋ ਜਾਣੇ ਆ, ਉਸ ਦੇ ਵਿੱਚ ਸਾਨੂੰ ਇਹ ਸਾਰੀਆਂ ਜਿਹੜੀਆਂ ਉਹਨਾਂ ਦੇ ਬਾਪ ਨੇ ਉਹਨਾਂ ਨੂੰ ਬਰਕਤਾਂ ਦਿੱਤੀਆਂ, ਉਹ ਸਾਰੀਆਂ ਬਰਕਤਾਂ ਉੱਥੇ ਦਿਖਾਈ ਦੇਣੀਆਂ ਕਿ ਇਹ ਸੱਚਮੁੱਚ ਜੋ ਪ੍ਰਭੂ ਨੇ ਯਾਕੂਬ ਦੇ ਮੂੰਹੋਂ ਕਹਾਇਆ ਸੀ ਉਹ ਸੱਚਮੁੱਚ ਪੂਰਾ ਹੁੰਦਾ ਪਿਆ, ਉਹ ਸੱਚਮੁੱਚ ਪੂਰਾ ਹੁੰਦਾ ਪਿਆ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਉਸਨੇ ਆਪਣੇ ਬੇਟੇ ਜਬਲੂਨ ਨੂੰ ਬਰਕਤ ਦਿੱਤੀ ਤੇ ਤੂੰ ਸਾਗਰ ਦੇ ਤੱਟ ਦੇ ਉੱਤੇ ਰਹੇਂਗਾ। ਆਪਣੇ ਦੂਸਰੇ ਪੁੱਤਰ ਯਿਸਹਾਕਾਰ ਨੂੰ ਬਰਕਤ ਦਿੱਤੀ ਕਿ ਤੂੰ ਖੋਤੇ ਦੇ ਵਾਂਗ ਹੈ ਔਰ ਜੋ ਬਾੜਾਂ ਦੇ ਵਿੱਚ ਲੁਕ ਕੇ ਬੈਠਦਾ ਹੈ, ਔਰ ਤੂੰ ਇੱਕ ਆਰਾਮਦੇਹ ਜਗ੍ਹਾ ਦੇਖੀ ਔਰ ਜੋ ਤੂੰ ਆਪਣੇ ਲਈ ਉਹ ਲੈ ਲਈ ਜਗ੍ਹਾ। ਔਰ ਅਸੀਂ ਦੇਖਣਾ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਮਹਾਂ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਇਹਨਾਂ ਨੂੰ ਦੋਨਾਂ ਨੂੰ ਭੋਗਣੀਆਂ ਪਈਆਂ। ਸੋ ਔਰ ਇਸੇ ਤਰ੍ਹਾਂ ਉਸਨੇ ਆਪਣੇ ਬਾਕੀ ਦੇ ਬੱਚਿਆਂ ਨੂੰ ਵੀ ਬਰਕਤਾਂ ਦਿੰਦਾ ਆ ਰਿਹਾ। ਔਰ ਲੇਕਿਨ ਹੁਣ ਉਸਨੇ ਜਿਹੜੀ ਬਰਕਤ, ਮੇਨ ਬਰਕਤ ਦਾ ਦੂਸਰਾ ਹਿੱਸਾ ਜਿਹੜਾ ਮੇਨ ਬਰਕਤ ਦਾ ਆਉਂਦਾ ਪਿਆ ਉਹ ਹੈ ਯੂਸਫ ਦੀ ਬਰਕਤ, ਕਿਉਂਕਿ ਯੂਸਫ ਦੇ ਉਸਨੇ ਦੋਨਾਂ ਬੇਟਿਆਂ ਨੂੰ ਬਰਕਤ ਦੇ ਦਿੱਤੀ ਆ, ਲੇਕਿਨ ਯੂਸਫ ਦੇ ਰਾਹੀਂ ਹੁਣ ਉਸਨੇ ਮਨੱਸਾ ਔਰ ਅਫਰਾਇਮ ਦੇ ਕਬੀਲੇ ਨੂੰ ਬਰਕਤਾਂ ਦੇਣੀਆਂ। ਸੋ ਆਓ ਅਸੀਂ ਅੱਗੇ ਇਸ ਨੂੰ ਪੜ੍ਹੀਏ। ਸੋ ਜਿਹੜੀ ਯੂਸਫ ਦੀ ਜਿਹੜੀ ਬਰਕਤ ਆ ਉਹ 22 ਆਇਤ ਤੋਂ ਲੈ ਕੇ 26 ਆਇਤ ਤੱਕ ਜਿਹੜੀ ਆ ਉਹ ਯੂਸਫ ਦੀ ਬਰਕਤ। ਸੋ ਆਓ ਇਸ ਨੂੰ ਦੇਖੀਏ। ਹਾਂਜੀ ਗੋਇਟ ਤੁਸੀਂ ਪੜ੍ਹ ਦਿਓ। ਯੂਸਫ ਇੱਕ ਸਿਸ ਪੜ੍ਹ ਦਿਓ ਤੁਸੀਂ। ਹਾਂਜੀ ਨਹੀਂ ਪੜ੍ਹ ਲਓ ਤੁਸੀਂ। ਓਕੇ ਨਹੀਂ ਪੜ੍ਹ ਦਿਓ। ਓਕੇ ਜੀ। ਯੂਸਫ ਇੱਕ ਫਲਦਾਇਕ ਲਗਰ ਹੈ ਜੋ ਚਸ਼ਮੇ ਦੇ ਕੰਢੇ ਤੇ ਲੱਗੀ ਹੈ ਅਤੇ ਜੋ ਕੰਧਾਂ ਉੱਤੇ ਫੈਲ ਜਾਂਦੀ ਹੈ। ਤੀਰ ਅੰਦਾਜ਼ਾਂ ਨੇ ਉਸ ਤੇ ਬੁਰੀ ਤਰ੍ਹਾਂ ਨਾਲ ਹਮਲਾ ਕੀਤਾ ਅਤੇ ਉਸ ਦਾ ਪਿੱਛਾ ਕੀਤਾ, ਪਰ ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ਰ ਦੀ ਸ਼ਕਤੀ ਨਾਲ ਅਤੇ ਇਜ਼ਰਾਈਲ ਦੇ ਚਰਵਾਹੇ ਅਰਥਾਤ ਚਟਾਨ ਦੇ ਨਾਲ ਯੂਸਫ ਦਾ ਤਰਕ ਸਿੱਧਾ ਕੱਸਿਆ ਰਿਹਾ ਅਤੇ ਉਸ ਦੀਆਂ ਬਾਹਾਂ ਬਲੀ ਰਹੀਆਂ। ਤੇਰੇ ਪਿਤਾ ਦਾ ਪਰਮੇਸ਼ਰ ਤੇਰੀ ਮਦਦ ਕਰਦਾ ਹੈ। ਸਰਬ ਸ਼ਕਤੀਮਾਨ ਪਰਮੇਸ਼ਰ ਤੈਨੂੰ ਅਸੀਸ ਦਿੰਦਾ ਹੈ। ਉਹ ਤੈਨੂੰ ਉੱਪਰੋਂ ਆਕਾਸ਼ ਤੋਂ ਮੀਂਹ ਨਾਲ ਅਤੇ ਹੇਠੋਂ ਧਰਤੀ ਤੇ ਚਸ਼ਮਿਆਂ ਨਾਲ ਅਸੀਸ ਦਿੰਦਾ ਹੈ। ਉਹ ਤੈਨੂੰ ਬਹੁਤ ਸਾਰੇ ਪਸ਼ੂਆਂ ਤੇ ਬੱਚਿਆਂ ਨਾਲ ਅਸੀਸ ਕਰਦਾ ਹੈ। ਤੇਰੇ ਪਿਤਾ ਦੀਆਂ ਅਸੀਸਾਂ ਪ੍ਰਾਚੀਨ ਪਹਾੜਾਂ ਦੀਆਂ ਅਸੀਸਾਂ ਤੋਂ ਵੀ ਅਧਿਕ ਅਤੇ ਪਰੇ ਹਨ। ਉਹ ਸਭ ਅਸੀਸਾਂ ਯੂਸਫ ਨੂੰ ਮਿਲਣ ਜੋ ਆਪਣੇ ਭਰਾਵਾਂ ਵਿੱਚੋਂ ਵੱਖਰਾ ਚੁਣ ਲਿਆ ਗਿਆ ਹੈ। ਬਿਨਯਾਮੀਨ ਪਾੜ ਖਾਣ ਵਾਲੀ ਬਘਿਆੜ ਵਾਂਗ ਹੈ। ਸਵੇਰੇ ਵੇਲੇ ਉਹ ਆਪਣੇ ਸ਼ਿਕਾਰ ਨੂੰ ਨਿਕਲ ਜਾਂਦਾ ਹੈ ਅਤੇ ਤਰਕਾਲਾਂ ਨੂੰ ਆਪਣੀ ਲੁੱਟ ਬਣਦਾ ਹੈ। ਹਾਂਜੀ। ਇਹ ਇਸਰਾਇਲ ਦੇ 12 ਕਬੀਲੇ ਹਨ ਅਤੇ ਉਹ ਸ਼ਬਦ ਹਨ ਜੋ ਉਹਨਾਂ ਦੇ ਪਿਤਾ ਯਾਕੂਬ ਨੇ ਹਰ ਇੱਕ ਦੇ ਲਈ ਕਹੇ। ਆਮੀਨ। ਉਸਨੇ ਹਰ ਇੱਕ ਦੇ ਲਈ ਇਹ ਆਪਣੇ ਕੱਲੇ ਕੱਲੇ ਬੱਚੇ ਨੂੰ ਬਰਕਤ ਦਿੱਤੀ ਔਰ ਉਸ ਬਰਕਤ ਦੇ ਵਿੱਚ ਜੋ ਕੁਛ ਉਸਨੇ ਉਹਨਾਂ ਨੂੰ ਕਿਹਾ ਔਰ ਉਹ ਸਾਰੀਆਂ ਚੀਜ਼ਾਂ ਜੋ ਉਸਨੇ ਆਪਣੇ ਬੇਟਿਆਂ ਨੂੰ ਜੋ ਪ੍ਰਭੂ ਨੇ ਉਸਨੂੰ ਦਿੱਤੀਆਂ ਸੀ ਉਸਨੇ ਆਪਣੇ ਬੇਟਿਆਂ ਨੂੰ ਦਿੱਤੀ। ਔਰ ਚੀਜ਼ਾਂ ਨਹੀਂ ਹੁੰਦੀਆਂ, ਦੁਨਿਆਵੀ ਚੀਜ਼ਾਂ ਨਹੀਂ ਹੁੰਦੀਆਂ, ਜਿਹੜੀ ਬਰਕਤ ਹੁੰਦੀ ਹੈ ਨਾ ਉਹ ਪਰਮੇਸ਼ਰ ਦੇ ਸਾਥ ਦੀ ਬਰਕਤ ਹੁੰਦੀ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ, ਜੋ ਉਹਨਾਂ ਦੇ ਉੱਤੇ ਡੋਲਦੇ। ਬਰਕਤ ਤੇ ਦੁਆ ਦੇ ਵਿੱਚ ਬਹੁਤ ਫਰਕ ਹੁੰਦਾ। ਹਾਂ ਅਸੀਂ ਆਪਣੇ ਬੱਚਿਆਂ ਦੇ ਲਈ ਦੁਆ ਕਰਦੇ, ਇਹ ਵੱਖਰੀ ਚੀਜ਼। ਬਰਕਤ ਇੱਕ ਵੱਖਰੀ ਚੀਜ਼। ਬਰਕਤ ਬਾਰ-ਬਾਰ ਨਹੀਂ ਦਿੱਤੀ ਜਾਂਦੀ, ਬਰਕਤ ਇੱਕ ਵਾਰ ਦਿੱਤੀ ਜਾਂਦੀ, ਬਰਕਤ ਡੋਲੀ ਜਾਂਦੀ ਹੈ ਔਰ ਇਹ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ ਔਰ ਇਹ ਬੜੀ ਸਮਝ ਔਰ ਸੋਚ ਦੇ ਨਾਲ ਦਿੱਤੀ ਜਾਂਦੀ। ਸੋ ਇਹ ਬਾਪ ਨੇ
12 ਕਬੀਲਿਆਂ ਨੂੰ ਬਰਕਤ ਦਿੱਤੀ। ਇਸ ਤੋਂ ਪਹਿਲਾਂ ਅਸੀਂ ਕੀ ਦੇਖਦੇ ਆ ਰਹੇ ਸੀ ਕਿ ਇੱਕ ਬਰਕਤ ਹੀ ਇੱਕ ਪੁੱਤਰ ਨੂੰ ਮਿਲਦੀ ਸੀ ਤੇ ਦੂਸਰਾ ਨਿਕਲ ਜਾਂਦਾ ਸੀ ਆਪਣੇ ਰਸਤੇ, ਔਰ ਉਹਨਾਂ ਤੋਂ ਵੱਖਰੀਆਂ ਕੌਮਾਂ ਪੈਦਾ ਹੁੰਦੀਆਂ ਸੀ, ਔਰ ਉਹਨਾਂ 'ਚ ਬਹੁਤੇ ਬੁੱਤ ਪ੍ਰਸਤ ਜਿਹੜੇ ਸੀਗੇ ਉਹ ਬਣਦੇ ਜਾਂਦੇ ਸੀ, ਦੇਵੀ ਦੇਵਤਿਆਂ ਨੂੰ ਪੂਜਣ ਵਾਲੇ ਬਣਦੇ ਜਾਂਦੇ ਸੀ। ਲੇਕਿਨ ਇੱਕ ਜਿਹੜਾ ਬੱਚਾ ਸੀ ਉਹ ਯਹਵੇ ਦਾ ਨਾਂ ਲੈ ਕੇ ਤੁਰਿਆ ਜਾਂਦਾ ਸੀ, ਪ੍ਰਭੂ ਦਾ ਨਾਂ ਆਪਣੇ ਨਾਲ ਲੈ ਕੇ ਤੁਰਿਆ ਜਾਂਦਾ ਸੀ। ਲੇਕਿਨ ਹੁਣ ਅਸੀਂ ਜਿਹੜੀ ਚੀਜ਼ ਦੇਖਦੇ ਪਏ ਹਾਂ ਉਹ ਇਹ ਹੈ ਕਿ ਪ੍ਰਭੂ ਨੇ 12 ਨੂੰ ਹੀ ਦੁਆ ਦਿੱਤੀ ਹੈ, ਔਰ ਉਸਨੇ 12 ਨੂੰ ਹੀ ਇਕੱਠੇ ਹੁਣ ਰੱਖਿਆ, ਔਰ ਉਸਨੇ 12 ਕਬੀਲੇ ਜਿਹੜੇ ਉਸਨੇ ਚੁਣੇ ਆ, ਔਰ 12 ਕਬੀਲਿਆਂ ਦੇ ਵਿੱਚ ਹੀ ਪ੍ਰਭੂ ਦੀ ਬਰਕਤ ਨੂੰ ਅਸੀਂ ਬਣਿਆ ਦੇਖਦੇ ਰਹਿਣਾ ਹੈ। 12 ਕਬੀਲਿਆਂ ਨੇ ਹੁਣ ਇਸ ਨੂੰ ਅੱਗੇ ਲੈ ਕੇ ਜਾਣਾ। 12 ਕਬੀਲਿਆਂ ਤੋਂ ਹੁਣ ਇੱਕ ਵੱਡੀ ਕੌਮ ਪੈਦਾ ਹੋਈ। ਇਸੇ ਪ੍ਰਭੂ ਨੇ ਇੱਕ ਜਿਸਲੇ ਆਪਣਾ ਕੰਮ ਕੀਤਾ ਤੇ ਪ੍ਰਭੂ ਨੇ ਇੱਕ ਐਸਾ ਇਨਸਾਨ ਲਿਆ ਜਿਸ ਦੀ ਉਮਰ ਆਲਮੋਸਟ ਉਸਨੂੰ ਆਵਾਜ਼ ਦੇਣੀ ਉਸਲੇ ਸ਼ੁਰੂ ਕੀਤੀ ਜਿਸਲੇ ਉਸਦੀ ਉਮਰ 60 ਸਾਲ ਦੀ ਸੀ, ਔਰ ਉਹ 75 ਸਾਲ ਦੀ ਉਮਰ ਦੇ ਵਿੱਚ ਉਸਨੇ ਪ੍ਰਭੂ ਦੀ ਗੱਲ ਨੂੰ ਮੰਨਿਆ ਔਰ ਤੁਰਿਆ, ਔਰ ਉਸਦੇ ਕੋਈ ਬੱਚਾ ਨਹੀਂ ਸੀ। ਔਰ ਪ੍ਰਭੂ ਨੇ ਕਿਹਾ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਉਂਗਾ, ਤਾਰਿਆਂ ਨੂੰ ਦੇਖ, ਰੇਤ ਨੂੰ ਦੇਖ, ਰੇਤ ਦੇ ਕਿਣਕਿਆਂ ਦੇ ਵਾਂਗ ਤੇਰੀ ਸੰਤਾਨ ਹੋਏਗੀ। ਲੇਕਿਨ ਜਿਸ ਵੇਲੇ ਉਹ ਪ੍ਰਭੂ ਦੇ ਕੋਲ ਗਿਆ ਤੇ ਉਸਦੇ 2 ਪੁੱਤਰ ਜਿਹੜੇ ਸੀਗੇ, ਇੱਕ ਇਸ਼ਮਾਇਲ ਸੀਗਾ, ਇੱਕ ਇਸਹਾਕ ਸੀਗਾ, ਔਰ ਇੱਕ ਜਿਹੜੇ ਕਟੂਰਾ ਤੋਂ ਜਿਹੜੇ ਉਹਦੇ 7 ਬੇਟੇ ਸੀਗੇ ਉਹ ਸੀਗੇ। 9 ਬੇਟੇ ਉਸਦੇ ਸੀਗੇ, ਔਰ 9 ਬੇਟਿਆਂ ਦੀ ਕੌਮ ਨਹੀਂ ਹੁੰਦੀ। ਹਾਂ ਇੱਕ ਟੱਬਰ ਤਾਂ ਹੋ ਸਕਦਾ ਪਰ ਕੌਮ ਨਹੀਂ ਹੁੰਦੀ। ਲੇਕਿਨ ਫਿਰ ਜਿਹੜੀ ਬਰਕਤ ਫਿਰ ਇੱਕ ਕੋਲ ਹੀ ਰਹਿ ਗਈ, ਔਰ ਉਹੀ ਬਰਕਤ ਪ੍ਰਭੂ ਨੇ ਉਸ ਨੂੰ ਦਿੱਤੀ, ਇਸਹਾਕ ਨੂੰ ਦਿੱਤੀ ਕਿ ਤੇਰੇ ਬਾਪ ਨੂੰ ਜੋ ਮੈਂ ਬਰਕਤ ਦਿੱਤੀ ਸੀ ਉਹ ਬਰਕਤ ਹੁਣ ਤੇਰੇ ਕੋਲ, ਜੋ ਮੈਂ ਉਸਦੇ ਨਾਲ ਵਾਅਦਾ ਕੀਤਾ ਸੀ ਇੱਕ ਵੱਡੀ ਕੌਮ ਬਣਾਉਂਗਾ, ਮੈਂ ਹੁਣ ਇੱਕ ਵੱਡੀ ਕੌਮ ਬਣਾਉਂਗਾ। ਲੇਕਿਨ ਇਸ਼ਮਾਇਲ ਆਪਣੇ ਰਸਤੇ ਨਿਕਲ ਗਿਆ, ਔਰ ਲੇਕਿਨ ਉਸ ਤੋਂ ਬਾਅਦ ਜਿਹੜਾ ਅਸੀਂ ਦੇਖਦੇ ਪਏ ਹਾਂ ਜਿਹੜੀ ਇਸਹਾਕ ਨੇ ਦੇ ਕੋਲ ਜਿਹੜੀ ਬਰਕਤ ਸੀ ਉਹ ਉਸਨੇ ਆਪਣੇ ਛੋਟੇ ਪੁੱਤਰ ਨੂੰ ਪ੍ਰਭੂ ਨੇ ਦਵਾਈ, ਜਿਸ ਦਾ ਨਾਂ ਯਾਕੂਬ ਹੈ। ਲੇਕਿਨ ਉਸਦਾ ਭਰਾ ਈਸੋ ਇੱਕ ਪਾਸੇ ਨੂੰ ਨਿਕਲ ਗਿਆ, ਉਹਦੇ ਤੋਂ ਦੋਮੀ ਪੈਦਾ ਹੋਏ। ਹੁਣ ਪ੍ਰਭੂ ਨੇ ਜਿਸ ਵੇਲੇ ਯਾਕੂਬ ਨੂੰ ਉਹ ਬਰਕਤ ਦਿੱਤੀ ਤਾਂ ਉਸ ਬਰਕਤ ਤੋਂ ਪਹਿਲਾਂ ਉਸਨੇ ਇੱਕ ਸਵਰਗ ਨੂੰ ਲੱਗੀ ਪੌੜੀ ਦੇਖੀ, ਔਰ ਜਿਸ ਦੇ ਉੱਤੇ ਫਰਿਸ਼ਤੇ ਆ ਜਾ ਰਹੇ ਸੀ, ਔਰ ਉਸਨੇ ਕਿਹਾ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਉਂਗਾ, ਜੋ ਮੈਂ ਤੇਰੇ ਬਾਬੇ ਨੂੰ ਕਿਹਾ ਸੀਗਾ, ਤੇਰੇ ਦਾਦੇ ਨੂੰ ਕਿਹਾ ਸੀਗਾ, ਉਹ ਹੁਣ ਮੈਂ ਬਰਕਤ ਤੈਨੂੰ ਦਊਂਗਾ। ਔਰ ਉਹ ਬਰਕਤ ਹੁਣ ਲੈ ਕੇ ਜਿਸ ਵੇਲੇ ਉਹ ਉਸਦੇ 12 ਪੁੱਤਰ, ਉਸਦੇ ਟੱਬਰ ਦੇ 70 ਜਨ, ਉਹ 70 ਦੇ 70 ਜਨ ਪ੍ਰਭੂ ਨੇ ਹੁਣ ਇਕੱਠੇ ਰੱਖੇ, ਹੁਣ ਉਹ ਜਾ ਨਹੀਂ ਸਕਦੇ, ਔਰ ਉਹਨਾਂ 70 ਨੂੰ ਇਕੱਠੇ ਕਰਕੇ ਉਸਨੇ ਲਿਆ ਕੇ ਇਜਿਪਟ ਦੇ ਵਿੱਚ ਰੱਖ ਦਿੱਤਾ। ਔਰ ਅਮੇਜ਼ਿੰਗ ਚੀਜ਼ ਇਹ ਹੈ ਕਿ ਉਹ ਸਾਰੇ ਦੇ ਸਾਰੇ ਆ ਜਿਹੜੀ ਆ ਚਰਵਾਹੇ ਔਰ ਇਜਿਪਟ ਦੇ ਜਿਹੜੇ ਲੋਕ ਆ ਉਹ ਚਰਵਾਹਿਆਂ ਦੇ ਨਾਲ ਆਪਣਾ ਲੈਣ ਦੇਣ ਨਹੀਂ ਕਰਦੇ। ਸੋ ਇਸ ਕਰਕੇ ਇਜਿਪਟ ਦੇ ਲੋਕਾਂ ਨੇ ਉਹਨਾਂ ਨੂੰ ਛੇੜਿਆ, ਨਾ ਉਹਨਾਂ ਨੂੰ ਆਪਣੇ ਵਿੱਚ ਰਲਾਇਆ, ਨਾ ਕੋਈ ਕ੍ਰਾਸ ਮੈਰਿਜ ਹੋਈ, ਕਿਉਂਕਿ ਉਹ ਚਰਵਾਹਿਆਂ ਨੂੰ ਨਫ਼ਰਤ ਕਰਦੇ ਸੀ। ਸੋ ਪ੍ਰਭੂ ਇੱਕ ਐਸੀ ਜਗ੍ਹਾ ਤੇ ਉਹਨਾਂ ਨੂੰ ਲੈ ਕੇ ਗਿਆ ਜਿੱਥੇ ਹੁਣ ਵਧਣਗੇ, ਇੱਕ ਕੌਮ ਬਣਨਗੇ। ਬੇਸ਼ੱਕ ਨਫ਼ਰਤ ਦੀਆਂ ਕੰਧਾਂ ਪ੍ਰਭੂ ਨੇ ਉਹਨਾਂ ਦੇ ਆਲੇ ਦੁਆਲੇ ਲਾਈਆਂ ਹੈ, ਪਰ ਕੰਧਾਂ ਲਾਈਆਂ ਹੈ ਜਿਸ ਦੇ ਨਾਲ ਉਹ ਲਾਈਨ ਪਿਓਰ ਰਹੇਗੀ, ਔਰ ਉਹ ਲੋਕ ਉੱਥੇ ਹੁਣ ਵਧਣ ਫੁੱਲਣਗੇ। ਔਰ ਦਿਸ ਇਜ਼ ਅਮੇਜ਼ਿੰਗ ਕਿ ਕਿੱਦਾਂ ਪ੍ਰਭੂ ਇਹ ਕੰਮ ਕਰਦਾ ਗਿਆ, ਕਿੱਦਾਂ ਆਪਣੇ ਸ਼ਬਦਾਂ ਨੂੰ ਰੱਖਦਾ ਗਿਆ। ਸੋ ਉਸ ਤੋਂ ਬਾਅਦ ਹੁਣ ਬਾਪ ਨੇ ਇਹ ਸਾਰੀਆਂ ਬਰਕਤਾਂ ਦੇ ਦਿੱਤੀਆਂ। ਅਸੀਂ ਇਹ ਸਾਰੀਆਂ ਬਰਕਤਾਂ ਨੂੰ ਇੱਥੋਂ ਅੱਜ ਖੋਲਾਂਗੇ ਨਹੀਂ, ਪਰ ਜਿੱਦਾਂ ਹੀ ਅਸੀਂ ਪਹੁੰਚਾਂਗੇ
ਕੂਚ ਦੇ ਵਿੱਚ, ਕੂਚ ਤੋਂ ਗਾਂ ਵਧਣਾ ਸ਼ੁਰੂ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਇਹ ਬਰਕਤਾਂ ਸਾਰੀਆਂ ਪੂਰੀਆਂ ਹੁੰਦੀਆਂ, ਇਹ ਪੂਰੀਆਂ ਹੁੰਦੀਆਂ ਪਈਆਂ। ਔਰ ਇੱਥੇ ਆ ਕੇ ਜਿਹੜੀ 15ਵੇਂ ਚੈਪਟਰ ਦੇ ਵਿੱਚ ਅਸੀਂ ਜਿਹੜੀ ਬਰਕਤ ਪੜ੍ਹੀ ਸੀ, ਉਸ ਨੂੰ ਅਸੀਂ ਦੇਖਦੇ ਪਏ ਕਿ ਕਿਸ ਤਰ੍ਹਾਂ ਪੂਰੀ ਹੁੰਦੀ ਹੈ। ਇਸ ਨੂੰ ਮੈਂ ਹੀ ਪੜ੍ਹ ਦਿੰਦਾ। 15ਵਾਂ ਭਾਵ ਦੇ ਵਿੱਚ ਆ ਜਾਓ ਔਰ ਮੈਂ 12 ਆਇਤ ਤੋਂ ਪੜੂੰਗਾ। ਕਿ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌਂ ਗਿਆ ਅਤੇ ਉਸ ਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਏ ਦੇਸ਼ ਦੇ ਵਿੱਚ ਪਰਦੇਸੀ ਹੋ ਕੇ ਰਹੇਗਾ। ਉੱਥੋਂ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ। ਠੀਕ, ਪਰ ਇਸ ਦੇ ਪਿੱਛੋਂ ਮੈਂ ਉਸ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ ਅਤੇ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਸੋ ਉਸ ਨੂੰ ਉਹਨਾਂ ਨੇ ਉੱਥੇ ਜਾ ਕੇ ਇੱਕ ਪ੍ਰਭੂ ਨੇ ਇੱਕ, ਜੇ ਤੁਸੀਂ ਇਹ ਕਹਿ ਸਕਦੇ ਆ ਕਿ ਇੱਕ ਅਣਦੇਖੀ ਦੀਵਾਰਾਂ ਦੇ ਵਿੱਚ ਉਹਨਾਂ ਨੂੰ ਦੀਵਾਰਾਂ ਦੇ ਵਿੱਚ ਉਹਨਾਂ ਨੂੰ ਇਕੱਠੇ ਕਰ ਦਿੱਤਾ। ਕਿਉਂਕਿ ਹੁਣ ਜਿਸ ਤਰ੍ਹਾਂ ਤੁਸੀਂ ਇਹ ਕਹਿ ਲਓ ਕਿ ਜਿੱਦਾਂ ਸਾਡੇ ਹਿੰਦੁਸਤਾਨ ਦੇ ਵਿੱਚ ਜਾਤ ਪਾਤ, ਰਾਈਟ, ਹੁਣ ਸਭ ਤੋਂ ਉੱਤੇ ਬ੍ਰਾਹਮਣ ਕਹਿੰਦੇ ਕਿ ਅਸੀਂ ਮਨੁ ਸਮ੍ਰਿਤੀ 'ਚ ਜੋ ਲਿਖਿਆ ਹੈ ਕਿ ਸਭ ਤੋਂ ਉੱਪਰ ਜਿਹੜਾ ਆ ਉਹ ਬ੍ਰਾਹਮਣ ਆ, ਕਿਉਂਕਿ ਉਹ ਬ੍ਰਹਮਾ ਦੇ ਮੂੰਹ ਦੇ ਵਿੱਚੋਂ ਨਿਕਲਿਆ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ 4 ਬਣਾਈਆਂ, ਲੇਕਿਨ ਜਿਹੜੀ ਸਭ ਤੋਂ ਛੋਟੀ ਬਣਾਈ ਉਸ ਨੂੰ ਉਹਨਾਂ ਨੇ ਸ਼ੂਦਰ ਕਹਿ ਦਿੱਤਾ। ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਨੂੰ ਉਹਨਾਂ ਦੀਆਂ ਜਾਤਾਂ ਬਣਾਤੀਆਂ। ਤੇ ਪਹਿਲਾਂ ਜਿਹੜਾ ਹੈਗਾ ਉਹ ਬ੍ਰਾਹਮਣ ਆ, ਫਿਰ ਵੈਸ਼ਿਆ ਆ, ਫਿਰ ਉਸ ਤੋਂ ਬਾਅਦ ਕਸ਼ਤਰੀਆ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸ਼ੂਦਰ। ਔਰ ਜਿਸ ਤਰ੍ਹਾਂ ਕਿ ਇੱਕ ਉੱਥੇ ਹਿੰਦੁਸਤਾਨ ਦੇ ਉਸ ਗੰਦਗੀ ਦੇ ਜਿਹੜਾ ਉਹਨਾਂ ਨੇ ਬਣਾਇਆ ਆ, ਇਨਸਾਨ ਨੂੰ ਬਣ ਦਿੱਤਾ ਕਿ ਇੱਕ ਬ੍ਰਾਹਮਣ ਔਰ ਇੱਕ ਸ਼ੂਦਰ ਜਿਹੜਾ ਉਹ ਆਪਸ ਦੇ ਵਿੱਚ ਉਹਨਾਂ ਦਾ ਰਿਸ਼ਤਾ ਨਹੀਂ ਹੋ ਸਕਦਾ। ਉਹ ਜਿੱਥੋਂ ਦੀ ਉਹ ਲੰਘਦੇ ਵੀ, ਹਾਲੇ ਵੀ ਉਹ ਸਾਰੀਆਂ ਚੀਜ਼ਾਂ ਹੈਗੀਆਂ। ਹਾਂ, ਪੰਜਾਬ 'ਚ ਖਤਮ ਹੋ ਗਈਆਂ, ਅਸੀਂ ਮੰਨਦੇ ਹਾਂ, ਲੇਕਿਨ ਬਾਕੀ ਦੇ ਹਿੰਦੁਸਤਾਨ ਦੇ ਵਿੱਚ ਉਹ ਕਾਇਮ ਸਾਰੀਆਂ ਚੀਜ਼ਾਂ, ਸਭ ਚੀਜ਼ਾਂ ਕਾਇਮ। ਔਰ ਇਸੇ ਤਰ੍ਹਾਂ ਤੁਸੀਂ ਕਹਿ ਲਓ ਕਿ ਜਿਹੜੇ ਇਜਿਪਸ਼ੀਅਨ ਸੀ ਉਹ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਸੀਗੇ ਔਰ ਇਹਨਾਂ ਨੂੰ ਉਹ ਸ਼ੂਦਰ ਕਹਿੰਦੇ ਸੀ। ਔਰ ਇਸ ਕਰਕੇ ਕਿਉਂਕਿ ਬਹੁਤ ਦੀਵਾਰ ਜਿਹੜੀ ਸੀਗੀ ਉਹ ਅਣਦੇਖੀ ਦੀਵਾਰ ਗੱਬੇ ਸੀਗੀ, ਤਾਂ ਉਹਦੇ ਨਾਲ ਇਹਨਾਂ ਦੇ ਵਿੱਚ ਮਿਲਾਵਟ ਨਹੀਂ ਹੋਈ। ਔਰ ਇਹ ਇੱਕ ਵੱਡੀ ਕੌਮ, ਹੌਲੀ ਹੌਲੀ ਇੱਕ ਵੱਡੀ ਕੌਮ ਇਹ ਬਣ ਗਈ। ਇੱਕ ਬਹੁਤ ਅੱਛੇ ਇਲਾਕੇ ਦੇ ਵਿੱਚ ਇਹ ਰਹਿ ਰਹੇ ਸੀ, ਗੋਸ਼ਨ ਦੇ ਇਲਾਕੇ ਦੇ ਵਿੱਚ ਰਹਿ ਰਹੇ ਸੀ। ਔਰ ਉਸ ਇਲਾਕੇ ਦੇ ਵਿੱਚ ਜਿਹੜਾ ਇਹਨਾਂ ਦੀਆਂ ਜਾਨਵਰਾਂ ਦੇ ਲਈ ਪਾਣੀ ਸਾਰਾ ਕੁਝ ਸੀਗਾ ਔਰ ਇਹ ਵੱਧਦੇ ਫੁੱਲਦੇ ਗਏ। ਔਰ ਇਹ ਜਿਹੜੀ ਬਰਕਤ ਪ੍ਰਭੂ ਨੇ ਇਹਨਾਂ ਨੂੰ ਦਿੱਤੀ, ਉਹ ਇਹ ਏਦਾਂ ਦਾ ਇੰਤਜ਼ਾਮ ਸਵਾਏ ਪ੍ਰਭੂ ਤੋਂ ਹੋਰ ਕੋਈ ਕਰ ਨਹੀਂ ਸਕਦਾ। That's a big thing, ਕਿ ਜੋ ਉਸਨੇ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਊਂਗਾ, ਔਰ ਦੇਖੋ ਕਿਸ ਤਰ੍ਹਾਂ ਇਸ ਚੀਜ਼ ਨੂੰ ਪੂਰੀ ਕਰਦਾ। ਇਹ ਹੈ ਪਰਮੇਸ਼ਵਰ ਦੀ ਬੁੱਧੀ। ਸਾਡੀ ਬੁੱਧੀ ਨਹੀਂ ਏਦਾਂ ਕੰਮ ਕਰਦੀ, ਪਰਮੇਸ਼ਵਰ ਦੀ ਬੁੱਧੀ ਏਦਾਂ ਕੰਮ ਕਰਦੀ। ਔਰ ਇਸ ਕਰਕੇ ਸਾਨੂੰ ਆਪਣੇ ਪ੍ਰਭੂ ਦੀ ਬੁੱਧੀ ਤੇ ਸਹਾਰਾ ਲੈਣਾ ਚਾਹੀਦਾ। ਅਸੀਂ ਕੁਛ ਨਹੀਂ, ਕੱਖ ਨਹੀਂ, ਮਿੱਟੀ। ਔਰ ਦੁਆ ਕਰਦੇ ਰਹਿਣਾ ਚਾਹੀਦਾ ਕਿ ਪ੍ਰਭੂ ਸਾਡੇ ਮਨਾਂ ਦਿਲਾਂ ਨੂੰ ਬਦਲ, ਉਸ ਤੋਂ ਸਿਵਾਏ ਕੋਈ ਨਹੀਂ ਬਦਲ ਸਕਦਾ। ਆਓ ਦੁਆ ਕਰੀਏ। ਪ੍ਰਭੂ ਦੇ ਹੱਥਾਂ 'ਚ ਪਾਇਆ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ, ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਤੇਰੀਆਂ ਮਹਾਨ ਬਰਕਤਾਂ ਦੇ ਲਈ। ਤੂੰ ਦਿਆਲੂ ਕਿਰਪਾਲੂ ਪਰਮੇਸ਼ਵਰ, ਗੁੱਸਾ ਕਰਨ ਦੇ ਵਿੱਚ ਮੱਠਾ। ਮੇਰੇ ਪਿਆਰੇ ਪ੍ਰਭੂ, ਤੇਰੀ ਬੁੱਧ ਨੂੰ ਜ਼ਿਆਦਾ ਅਸੀਂ ਦੇਖਦੇ ਹਾਂ ਤੇ ਸੱਚਮੁੱਚ ਪ੍ਰਭੂ ਜੀ ਇਸ ਚਰਚ ਦੇ ਵਿੱਚ ਆ ਜਾਂਦੇ ਹਾਂ। ਪਿਆਰੇ ਪ੍ਰਭੂ, ਇਸੇ ਤਰ੍ਹਾਂ ਤੂੰ ਸਾਡੀ ਬੁੱਧ ਨੂੰ ਵੀ ਨਿਰਮਲ ਕਰ, ਨਵਾਂ ਕਰ, ਸਾਨੂੰ ਬਦਲ, ਆਪਣੇ ਰਸਤਿਆਂ ਦੇ ਉੱਤੇ ਪ੍ਰਭੂ ਜੀ ਤੂੰ ਚਲਾ।
ये बरकतां जो प्रभु जी दित्तियां, ਅਸੀਂ तेरा शुक्र करते हैं कि इन्हां दा एक हिस्सा साडे कोल भी, ये नेम जो तू बन्निया प्रभु जी, ये बरकत दे नाल प्रभु जी ਅਸੀਂ ਦੇਖਾਂਗੇ कि ये सब सच्चाइयां आ जो ਅਸੀਂ ਅੱਗੇ ਪੂਰੀਆਂ ਹੁੰਦੀਆਂ ਦੇਖਾਂਗੇ। ਪਿਆਰੇ ਪ੍ਰਭੂ ਸਾਡੇ ਸਭ ਦੇ ਉੱਤੇ, ਸਾਡੇ ਬੱਚਿਆਂ ਦੇ ਨਾਲ ਬਣਿਆ ਰਿਹਾ, ਤੂੰ ਸਾਡੇ ਨਾਲ ਬਣੇ, ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖ ਔਰ ਆਪਣੇ ਰਸਤੇ ਦੇ ਉੱਤੇ ਪ੍ਰਭੂ ਜੀ ਚਲਾ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, तेरा आराम, तेरी शांति, तेरा प्यार साडे सब दे नाल बने। मसीह यसू दे मिठे और प्यारे नाम दे विच मंगदे। आमीन। ब्लेस यू, खुदावंद तुहानू बरकत दे और तुहाडे सारे